11ਵੀਂ ਕਲਾਸ ਦੇ ਸਮੂਹ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡੀਅਰ ਸਟੂਡੈਂਟਸ, ਵੀ ਆਰ ਡੂਇੰਗ ਲੈਸਨ ਨੰਬਰ 3 ਜੈਨਿਜ਼ਮ ਐਂਡ ਬੁੱਧਿਜ਼ਮ, ਜੈਨ ਮਤ ਅਤੇ ਬੁੱਧ ਮਤ। ਤਾਂ ਬੇਟੇ ਅੱਜ ਆਪਾਂ ਜੈਨ ਮਤ ਅਤੇ ਬੁੱਧ ਮਤ ਬਾਰੇ ਪੜ੍ਹਾਂਗੇ। ਤਾਂ ਸਭ ਤੋਂ ਪਹਿਲਾਂ ਆਪਾਂ ਬੇਟੇ ਇਸ ਦੇ ਵਿੱਚ ਜਿਹੜਾ ਹੈ ਜੈਨ ਅਤੇ ਬੁੱਧ ਧਰਮ ਜਿਹੜਾ ਸੀ ਉਸ ਦਾ ਜਿਹੜਾ ਉਦੇ ਮਤਲਬ ਉਹ ਕਿਵੇਂ ਪੈਦਾ ਹੋਇਆ ਔਰ ਉਸ ਸਮੇਂ ਜਿਹੜੇ ਰਾਜਨੀਤਿਕ ਸਮਾਜਿਕ ਅਤੇ ਧਾਰਮਿਕ ਹਾਲਾਤ ਕਿਉਂ ਜਿਹੇ ਸੀ ਉਹਨਾਂ ਬਾਰੇ ਆਪਾਂ ਪੜ੍ਹਾਂਗੇ। ਤਾਂ ਜੈਨ ਅਤੇ ਬੁੱਧ ਮਤ ਬੇਟੇ ਜਿਹੜਾ ਇਹਨਾਂ ਦੋਨਾਂ ਬੜੇ ਜਿਹੜੇ ਮਸ਼ਹੂਰ ਧਰਮ ਰਹੇ ਹਨ। ਇਹ 6ਵੀਂ ਸਦੀ ਈਸਾ ਪੂਰਵੀ, ਇਹ ਬੇਟੇ ਯਾਦ ਰੱਖਣਾ, 6ਵੀਂ ਸਦੀ ਈਸਾ ਪੂਰਵ ਵਿੱਚ ਹੋਇਆ। ਇਸ ਸਮੇਂ ਤੱਕ ਦੇਸ਼ ਦੀ ਰਾਜਨੀਤਿਕ ਸਮਾਜਿਕ ਅਤੇ ਧਾਰਮਿਕ ਖੇਤਰਾਂ ਵਿੱਚ ਨਵੇਂ ਵਿਚਾਰ ਉੱਭਰ ਰਹੇ ਸਨ। ਦੇਸ਼ ਵਿੱਚ ਕੁਝ ਵੱਡੇ ਵੱਡੇ ਰਾਜ ਸਥਾਪਿਤ ਹੋ ਚੁੱਕੇ ਸਨ। ਇਹਨਾਂ ਦੇ ਸ਼ਾਸਕ ਨਵੇਂ ਵਿਚਾਰਾਂ ਦੇ ਉੱਭਰਨ ਦਾ ਕੋਈ ਵਿਰੋਧ ਨਹੀਂ ਕਰ ਰਹੇ ਸਨ। ਇਸ ਤਰ੍ਹਾਂ ਸਮਾਜਿਕ ਅਤੇ ਧਾਰਮਿਕ ਵਾਤਾਵਰਨ ਵੀ ਨਵੇਂ ਧਾਰਮਿਕ ਅੰਦੋਲਨ ਦੇ ਉਦੇ ਦੇ ਅਨੁਕੂਲ ਸੀ। ਵੈਦਿਕ ਧਰਮ ਵਿੱਚ ਅਨੇਕ ਬੁਰਾਈਆਂ ਰਹਿ ਗਈਆਂ ਸਨ। ਫਜ਼ੂਲ ਦੇ ਰੀਤੀ ਰਿਵਾਜਾਂ, ਮਹਿੰਗੇ ਯੱਗਾਂ ਅਤੇ ਬ੍ਰਾਹਮਣਾਂ ਦੇ ਝੂਠੇ ਪ੍ਰਚਾਰ ਦੇ ਕਾਰਨ ਇਹ ਮਤ ਆਪਣੀ ਲੋਕਪ੍ਰਿਯਤਾ ਗੁਆ ਚੁੱਕਿਆ ਸੀ। ਇਹਨਾਂ ਸਭ ਬੁਰਾਈਆਂ ਦਾ ਅੰਤ ਕਰਨ ਦਾ ਲਈ ਦੇਸ਼ ਵਿੱਚ ਲਗਭਗ 63 ਨਵੇਂ ਧਾਰਮਿਕ ਅੰਦੋਲਨ ਚੱਲੇ, ਜਿਨ੍ਹਾਂ ਦੀ ਅਗਵਾਈ ਵਿਦਵਾਨ ਹਿੰਦੂ ਕਰ ਰਹੇ ਸਨ। ਪਰ ਇਹ ਸਾਰੇ ਧਰਮ ਲੋਕਪ੍ਰਿਯ ਨਾ ਹੋ ਸਕੇ। ਕੇਵਲ 2 ਧਰਮਾਂ ਨੂੰ ਛੱਡ ਕੇ ਬਾਕੀ ਸਾਰੇ ਸਮਾਪਤ ਹੋ ਗਏ। ਇਹ 2 ਧਰਮ ਸਨ, ਜੈਨ ਮਤ ਅਤੇ ਬੁੱਧ ਮਤ। ਤਾਂ ਬੇਟੇ ਜਿਹੜੀ 6ਵੀਂ ਸਦੀ ਦੇ ਵਿੱਚ ਜਿਹੜਾ ਜੈਨ ਮਤ ਅਤੇ ਬੁੱਧ ਮਤ ਦਾ ਜਿਹੜਾ ਉਦੇ ਹੋਇਆ, ਉਸ ਸਮੇਂ ਜਿਹੜੇ ਰਾਜਨੀਤਿਕ ਹਾਲਾਤ ਸੀ ਉਹ ਬਿਲਕੁਲ ਅਨੁਕੂਲ ਸਨ, ਕਿਉਂਕਿ ਨਵੇਂ ਜਿਹੜੇ ਦੇਸ਼ ਬਣ ਰਹੇ ਸਨ ਔਰ ਉਹ ਕੀ ਹੈ ਇਹਨਾਂ ਤਬਦੀਲੀਆਂ ਦਾ ਕੋਈ ਵਿਰੋਧ ਵੀ ਨਹੀਂ ਕਰ ਰਹੇ ਸਨ। ਤਾਂ ਸਭ ਤੋਂ ਪਹਿਲਾਂ ਆਪਾਂ ਪੜ੍ਹਾਂਗੇ ਰਾਜਨੀਤਿਕ ਪਰਿਸਥਿਤੀਆਂ। ਤਾਂ ਰਾਜਨੀਤਿਕ ਪਰਿਸਥਿਤੀਆਂ ਬੇਟੇ ਕੀ ਸੀ ਉਸ ਸਮੇਂ। ਪਹਿਲਾ ਹੈ ਰਾਜਤੰਤਰ ਅਤੇ ਗਣਤੰਤਰਾਂ ਦੀ ਸਥਾਪਨਾ। ਤਾਂ 6ਵੀਂ ਸਦੀ ਦੇ ਪੂਰਵ ਵਿੱਚ ਦੇਸ਼ ਵਿੱਚ ਕੁਝ ਵੱਡੇ ਵੱਡੇ ਰਾਜਤੰਤਰ ਅਤੇ ਗਣਤੰਤਰ ਸਥਾਪਿਤ ਹੋ ਚੁੱਕੇ ਸਨ। ਇਹਨਾਂ ਦੇ ਸ਼ਾਸਕ ਆਪਣੀ ਸੱਤਾ ਦੇ ਵਿਸਤਾਰ ਦੇ ਲਈ ਆਪਸੀ ਸੰਘਰਸ਼ ਵਿੱਚ ਉਲਝੇ ਸਨ। ਇਸ ਵਾਤਾਵਰਨ ਵਿੱਚ ਨਵੇਂ ਵਿਚਾਰਾਂ ਦਾ ਉਦੇ ਹੋਇਆ, ਇਸ ਲਈ ਕਿਸੇ ਵੀ ਸ਼ਾਸਕ ਨੇ ਇਹਨਾਂ ਵਿਚਾਰਾਂ ਦਾ ਵਿਰੋਧ ਨਾ ਕੀਤਾ। ਦੂਸਰਾ ਧਨੀ ਵਪਾਰੀਆਂ ਦੀ ਇੱਛਾ। ਤਾਂ ਇਸ ਕਾਲ ਵਿੱਚ ਵਪਾਰ ਦਾ ਮਹੱਤਵ ਬਹੁਤ ਜ਼ਿਆਦਾ ਵੱਧ ਗਿਆ ਸੀ। ਫਲਸਰੂਪ ਅਨੇਕ ਅਮੀਰ ਵਪਾਰੀ ਸਾਹਮਣੇ ਆਏ। ਇਹ ਲੋਕ ਸਮਾਜ ਵਿੱਚ ਉਚਿਤ ਸਥਾਨ ਪਾਉਣਾ ਚਾਹੁੰਦੇ ਸਨ, ਪਰ ਵਰਨ ਵਿਵਸਥਾ ਦੇ ਕਾਰਨ ਉਹਨਾਂ ਨੂੰ ਵੈਸ਼ਾਂ ਤੋਂ ਉੱਚ ਨਹੀਂ ਸਮਝਿਆ ਜਾਂਦਾ ਸੀ। ਫਲਸਰੂਪ ਉਹ ਕਿਸੇ ਨਵੀਨ ਸਮਾਜਿਕ ਅਤੇ ਧਾਰਮਿਕ ਸੰਗਠਨ ਦੀ ਇੱਛਾ ਕਰਨ ਲੱਗੇ। ਤਾਂ ਬੇਟੇ ਕਿਹੜੇ ਸੀ ਉਸ ਸਮੇਂ ਜਿਹੜੇ 4 ਵਰਨ ਜਿਹੜੇ ਮੇਨ ਸੀ ਬੇਟੇ, ਜਿਹਦੇ ਵਿੱਚ ਆਪਾਂ ਪੁਰੋਹਿਤ ਵਰਗ ਕਹਿੰਦੇ ਹਾਂ, ਖੱਤਰੀ ਵਰਗ ਕਹਿੰਦੇ ਹਾਂ, ਜਿਹੜੇ 2 ਉੱਚ ਵਰਗ ਗਿਣੇ ਜਾਂਦੇ ਸੀ। ਫਿਰ ਉਸ ਤੋਂ ਬਾਅਦ ਬੇਟੇ ਜਿਹੜੇ ਵੈਸ਼ ਜਿਹੜੇ ਕਿ ਵਪਾਰੀ ਵਰਗ ਸੀ ਔਰ ਸ਼ੂਦਰ। ਪਰ ਜਦੋਂ ਵਪਾਰੀ ਵਰਗ ਦੇ ਕੋਲ ਜਿਹੜਾ ਰੁਪਈਆ ਆ ਗਿਆ ਤਾਂ ਉਹ ਆਪਦੀ ਸਥਿਤੀ ਨੂੰ ਜਿਹੜਾ ਸੁਧਾਰ ਕਰਨਾ ਚਾਹੁੰਦੇ ਸਨ। ਇਸ ਕਰਕੇ ਜਿਹੜਾ ਬ੍ਰਾਹਮਣ ਧਰਮ ਦੇ ਵਿੱਚ ਉਹਨਾਂ ਦਾ ਜਿਹੜਾ ਕਾਫੀ ਘੱਟ ਰਸਤੇ ਸਨ। ਇਸ ਕਰਕੇ ਉਹਨਾਂ ਨੇ ਨਵੇਂ ਧਰਮਾਂ ਦੇ ਵਾਸਤੇ ਜਿਹੜਾ ਇਹ ਜ਼ੋਰ ਲਾਉਣਾ ਸ਼ੁਰੂ ਕਰਤਾ। ਤਾਂ ਇਹ ਸੀ ਬੇਟੇ ਰਾਜਨੀਤਿਕ ਅਵਸਥਾ। ਸਮਾਜਿਕ ਅਤੇ ਧਾਰਮਿਕ ਹਾਲਾਤ ਕੀ ਸੀ। ਗੁੰਝਲਦਾਰ ਵੈਦਿਕ ਧਰਮ। ਤਾਂ ਬੇਟੇ ਉਸ ਸਮੇਂ ਜਿਹੜਾ ਬ੍ਰਾਹਮਣ ਧਰਮ ਸੀ ਜਾਂ ਵੈਦਿਕ ਧਰਮ ਸੀ ਉਹ ਬੜਾ ਗੁੰਝਲਦਾਰ ਸੀ। ਸੰਸਕ੍ਰਿਤ ਭਾਸ਼ਾ ਸੀ ਜੋ ਕਿ ਆਮ ਲੋਕਾਂ ਨੂੰ ਸਮਝ ਨਹੀਂ ਆਉਂਦੀ ਸੀ ਔਰ ਮੁਕਤੀ ਪ੍ਰਾਪਤ ਕਰਨ ਦੇ ਜਿਹੜੇ ਕਿ ਰਸਤੇ ਵੀ ਉਹ ਬੜੇ ਕਠਿਨ ਸਨ। ਬ੍ਰਾਹਮਣਾਂ ਦਾ ਨੈਤਿਕ ਪਤਨ ਹੋ ਚੁੱਕਿਆ ਸੀ। ਤਾਂ ਬ੍ਰਾਹਮਣਾਂ ਕੀ ਸੀ ਉਸ ਸਮੇਂ, ਉਹਨਾਂ ਦਾ ਨੈਤਿਕ ਪਤਨ ਹੋ ਚੁੱਕਿਆ ਸੀ। ਉਹਨਾਂ ਨੂੰ ਕੀ ਹੈ ਅਨੇਕਾਂ ਬ੍ਰਾਹਮਣ ਸਥਾਨ ਨਾ ਤਾਂ ਧਾਰਮਿਕ ਗ੍ਰੰਥਾਂ ਦਾ ਵਾਸਤਵਿਕ ਗਿਆਨ ਸੀ ਅਤੇ ਨਾ ਹੀ ਬਜ਼ੁਰਗਾਂ ਦੀ ਤਰ੍ਹਾਂ ਚੰਗੇ ਚਰਿੱਤਰ ਵਾਲੇ ਸਨ। ਤੀਸਰਾ ਜਾਤੀ ਪ੍ਰਥਾ ਅਤੇ ਛੂਤ-ਛਾਤ। ਤਾਂ ਜਾਤੀ ਪ੍ਰਥਾ ਬੜੀ ਕਠੋਰ ਹੋ ਚੁੱਕੀ ਸੀ ਬੇਟੇ। 4 ਵਰਨਾਂ ਦੀ ਗੱਲ ਪਹਿਲਾਂ ਕਰ ਚੁੱਕੇ ਹਾਂ, ਜਿਸ ਕਰਕੇ ਲੋਕ ਇਸ ਤੋਂ ਵੀ ਛੁਟਕਾਰਾ ਚਾਹੁੰਦੇ ਸਨ। ਮਹਿੰਗਾ ਵੈਦਿਕ ਧਰਮ। ਉਹ ਵੈਦਿਕ ਧਰਮ ਦੇ ਵਿੱਚ ਬੇਟੇ ਕੋਈ ਕਰਮ ਕਾਂਡ ਕਰਦੇ ਸੀ, ਤੁਸੀਂ ਪਾਠ ਪੂਜਾ ਜਾਂ ਯੱਗ ਕਰਦੇ ਸੀ, ਉਹ ਕਾਫੀ ਜਿਹੜਾ ਮਹਿੰਗਾ ਸੀ ਔਰ ਜਿਹੜੇ ਯੱਗ ਸੀ ਉਹ 12-12 ਸਾਲ ਤੱਕ ਚੱਲਦੇ ਰਹਿੰਦੇ ਸਨ। ਤਾਂ ਇਹ ਕਾਫੀ ਮਹਿੰਗੇ ਹੋ ਚੁੱਕੇ ਸਨ। ਕਠਿਨ ਸੰਸਕ੍ਰਿਤ ਭਾਸ਼ਾ। ਤਾਂ ਜਿਹੜੀ ਭਾਸ਼ਾ ਸੀ ਬੇਟੇ ਉਹ ਵੀ ਆਮ ਲੋਕਾਂ ਦੀ ਸਮਝ ਤੋਂ ਪਰੇ ਸੀ। ਤਾਂ ਮਹਾਂਪੁਰਖਾਂ ਦਾ ਜਨਮ। ਤਾਂ 6ਵੀਂ ਸਦੀ ਦੇ ਵਿੱਚ ਕੁਝ ਚੰਗੇ ਮਹਾਂਪੁਰਖ ਜਿਹਦੇ ਵਿੱਚ ਮਹਾਂਵੀਰ ਸਵਾਮੀ ਅਤੇ ਮਹਾਤਮਾ ਬੁੱਧ ਦਾ ਜਨਮ ਹੋਇਆ, ਜਿਸ ਕਰਕੇ ਹੋਰ ਲੋਕਪ੍ਰਿਯ ਹੋ ਗਏ। ਤਾਂ ਅੱਜ ਬੇਟੇ ਆਪਾਂ ਜਿਹੜੇ ਕਿ ਜੈਨ ਧਰਮ ਦੀਆਂ ਸਿੱਖਿਆਵਾਂ ਬਾਰੇ ਪੜ੍ਹਾਂਗੇ। ਤਾਂ ਜੈਨ ਧਰਮ ਕਿਵੇਂ ਵਧਿਆ ਫੁੱਲਿਆ ਉਸ ਦੇ ਬਾਰੇ ਅੱਜ ਆਪਾਂ ਕਰਾਂਗੇ। ਤਾਂ ਜੈਨ ਧਰਮ ਦਾ ਉਦੈ ਕੀ ਸੀ ਬੇਟੇ 6ਵੀਂ ਸਦੀ ਵਿੱਚ ਹੋਇਆ ਸੀ ਈਸਾ ਪੂਰਵੀ। ਇਹ ਯਾਦ ਰੱਖਣਾ ਕਿ ਈਸਾ ਤੋਂ 600 ਸਾਲ ਪਹਿਲਾਂ ਇਸ ਦੇ ਮੋਢੀ ਕੌਣ ਸਨ? ਮਹਾਂਵੀਰ ਸਵਾਮੀ। ਉਹਨਾਂ ਨੇ ਲੋਕਾਂ ਨੂੰ ਅਹਿੰਸਾ ਅਤੇ ਸਦਾਚਾਰ ਦਾ ਪਾਠ ਪੜ੍ਹਾਇਆ। ਭਾਵੇਂ ਇਹ ਧਰਮ ਬਹੁਤ ਲੋਕਪ੍ਰਿਯ ਨਾ ਹੋ ਸਕਿਆ, ਪਰ ਫਿਰ ਵੀ ਭਾਰਤੀ ਸਮਾਜ, ਸਾਹਿਤ ਅਤੇ ਕਲਾ 'ਤੇ ਇਸ ਦਾ ਡੂੰਘਾ ਪ੍ਰਭਾਵ ਪਿਆ। ਅੱਗੇ ਚੱਲ ਕੇ ਧਰਮ ਇੱਕ ਹੀ ਸ਼ਵੇਤਾਂਬਰ ਅਤੇ ਦਿਗੰਬਰ ਨਾਂ ਦੇ 2 ਸੰਪਰਦਾਇ ਬੇਟੇ ਇਹਨਾਂ ਵਿੱਚੋਂ ਅੱਗੇ ਜਾ ਕੇ ਵੰਡੇ ਗਏ ਸੀ। ਜੈਨ ਧਰਮ 'ਚੋਂ ਦਿਗੰਬਰ ਅਤੇ ਸ਼ਵੇਤਾਂਬਰ।
पर इस दे रूप मूल रूप ਵਿੱਚ ਕੋਈ ਮਹੱਤਵਪੂਰਨ ਪਰਿਵਰਤਨ ਨਾ ਆਇਆ। ਇਹ ਪਹਿਲਾਂ ਵਾਂਗ ਹੀ ਸਮਾਜ ਵਿੱਚ ਭਾਈਚਾਰੇ, ਆਪਸੀ ਪ੍ਰੇਮ ਅਤੇ ਸੰਯਮ ਦੇ ਜੀਵਨ ਦਾ ਪ੍ਰਚਾਰ ਕਰਦਾ ਰਿਹਾ। ਜੈਨ ਧਰਮ ਦੀਆਂ ਸਿੱਖਿਆਵਾਂ, ਇਹਨਾਂ ਦੇ ਸਮਾਜਿਕ ਮਹੱਤਵ ਅਤੇ ਇਸ ਦੇ ਮਾਧਿਅਮ ਸੰਪਰਦਾਇਕ ਵਿਕਾਸ ਦਾ ਵਿਸਥਾਰ ਨਾਲ ਆਪਾਂ ਪੜ੍ਹਾਂਗੇ ਅੱਜ। ਤਾਂ ਬੇਟੇ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ, ਜੈਨ ਧਰਮ ਦੀਆਂ ਸਿੱਖਿਆਵਾਂ। ਤਾਂ ਪਹਿਲੀ ਸਿੱਖਿਆ ਕੀ ਹੈ? ਤ੍ਰੈ ਰਤਨ। ਜੈਨ ਮਤ ਦੇ ਅਨੁਸਾਰ ਮੁਕਤੀ ਪ੍ਰਾਪਤ ਕਰਨੀ ਹਰੇਕ ਮਨੁੱਖ ਦਾ ਕੀ ਜੀਵਨ ਦਾ ਉਦੇਸ਼ ਹੈ। ਮੁਕਤੀ ਪ੍ਰਾਪਤੀ ਦੇ ਲਈ ਮਨੁੱਖ ਨੂੰ ਤ੍ਰੈ ਰਤਨ ਜਾਂ ਤਿੰਨ ਸਿਧਾਂਤ, ਬੇਟੇ ਤ੍ਰੈ ਰਤਨ ਤਿੰਨ ਸਿਧਾਂਤਾਂ 'ਤੇ ਚੱਲਣਾ ਚਾਹੀਦਾ ਹੈ। ਪਹਿਲਾ ਸਿਧਾਂਤ ਕੀ ਹੈ? ਪਹਿਲਾ ਸਿਧਾਂਤ ਅਨੁਸਾਰ ਮਨੁੱਖ ਨੂੰ ਧਰਮ ਵਿੱਚ ਪੱਕਾ ਵਿਸ਼ਵਾਸ ਰੱਖਣਾ ਚਾਹੀਦਾ ਹੈ। ਨੰਬਰ 1 ਧਰਮ ਵਿੱਚ ਵਿਸ਼ਵਾਸ ਹੋਣਾ ਚਾਹੀਦਾ ਹੈ। ਦੂਜਾ, ਉਸ ਨੂੰ ਫਜ਼ੂਲ ਦੇ ਵਿਖਾਵਿਆਂ ਵਿੱਚ ਸਮਾਂ ਨਸ਼ਟ ਨਹੀਂ ਕਰਨਾ ਦੀ ਬਜਾਏ ਸੱਚ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ। ਮਤਲਬ ਫਜ਼ੂਲ ਦਾ ਜਿਹੜੇ ਵਿਖਾਵੇ ਨਹੀਂ ਕਰਨੇ ਔਰ ਸੱਚ ਦਾ ਗਿਆਨ ਪ੍ਰਾਪਤ ਕਰਨਾ। ਅਤੇ ਜੇ ਮਨੁੱਖ ਨੂੰ ਸੱਚ, ਅਹਿੰਸਾ ਅਤੇ ਬ੍ਰਹਮਚਾਰਿਆ ਦਾ ਪਾਲਣ ਕਰਨਾ ਚਾਹੀਦਾ। ਤਾਂ ਇਹ ਬੇਟੇ ਤਿੰਨ ਮੁੱਖ ਸਿਧਾਂਤ ਸੀ ਜਿਹੜੇ ਕਿ ਸਾਰੇ ਬੱਚਿਆਂ ਨੇ ਜ਼ਰੂਰ ਚੰਗੀ ਤਰ੍ਹਾਂ ਯਾਦ ਕਰ ਲੈਣੇ ਨੇ। ਕਿਹੜੇ ਕਿਹੜੇ ਸੀ ਉਹ ਤਿੰਨ ਸਿਧਾਂਤ? ਅਹਿੰਸਾ ਤਾਂ ਕੀ ਸੀ? ਜੈਨ ਮਤ ਹਿੰਸਾ 'ਤੇ ਬਹੁਤ ਜ਼ੋਰ ਦਿੰਦਾ ਸੀ। ਇਸ ਦੇ ਅਨੁਸਾਰ ਸੰਸਾਰ ਵਿੱਚ ਹਰੇਕ ਵਸਤੂ ਵਿੱਚ ਆਤਮਾ ਹੈ। ਪਸ਼ੂ, ਪੰਛੀ, ਦਰੱਖਤ, ਹਵਾ ਅਤੇ ਅੱਗ ਸਾਰਿਆਂ ਵਿੱਚ ਹੈ। ਇਸ ਲਈ ਉਹ ਕਿਸੇ ਵੀ ਜੀਵ ਨੂੰ ਦੁੱਖ ਦੇਣਾ ਪਾਪ ਸਮਝਦੇ ਸਨ। ਮਤਲਬ ਕਿ ਉਹਨਾਂ ਨੇ ਅਹਿੰਸਾ ਦਾ ਪਾਠ ਪੜ੍ਹਾਇਆ। ਜੀਵ ਹੱਤਿਆ ਦੇ ਡਰ ਨਾਲ ਜੈਨੀ ਲੋਕ ਅੱਜ ਵੀ ਪਾਣੀ ਛਾਣ ਕੇ ਪੀਂਦੇ ਹਨ, ਨੰਗੇ ਪੈਰ ਚੱਲਦੇ ਹਨ, ਮੂੰਹ 'ਤੇ ਪੱਟੀ ਬੰਨ੍ਹਦੇ ਹਨ ਅਤੇ ਰਾਤ ਨੂੰ ਭੋਜਨ ਨਹੀਂ ਕਰਦੇ। ਤਾਂ ਬੇਟੇ ਦੀ ਪਹਿਲੀ ਸਿੱਖਿਆ ਜਿਹੜੀ ਇਹਨਾਂ ਦੀ ਤ੍ਰੈ ਰਤਨ, ਦੂਸਰੀ ਜਿਹੜੀ ਹੈ ਅਹਿੰਸਾ। ਤਾਂ ਅਗਲੇ ਬੇਟੇ ਕੀ ਸੀ? ਇਹਨਾਂ ਨੂੰ ਆਤਮਾ ਦੇ ਵਿੱਚ ਜਿਹੜਾ ਵਿਸ਼ਵਾਸ ਸੀ, ਆਤਮਾ ਦੀ ਹੋਂਦ ਨੂੰ ਇਹਨਾਂ ਨੇ ਕਬੂਲ ਕੀਤਾ ਹੈ। ਇਹਨਾਂ ਦੇ ਅਨੁਸਾਰ ਕਿਹੜੀ ਆਤਮਾ ਜਿਹੜੀ ਹੈ ਉਹ ਅਮਰ ਹੈ, ਇੱਕ ਸ਼ਕਤੀਸ਼ਾਲੀ ਹੈ, ਪਰ ਸਾਡੇ ਬੁਰੇ ਕਰਮ ਵਿੱਚ ਕਮਜ਼ੋਰ ਕਰ ਦਿੰਦੇ ਨੇ। ਆਤਮਾ ਵਿੱਚ ਗਿਆਨ ਹੈ ਅਤੇ ਇਹ ਸੁੱਖ ਦੁੱਖ ਦਾ ਅਨੁਭਵ ਕਰਦੀ ਹੈ। ਤਾਂ ਆਤਮਾ ਦਾ ਬੇਟੇ ਕੰਸੈਪਟ ਦੇ ਵਿੱਚ ਇਹਨਾਂ ਨੂੰ ਵਿਸ਼ਵਾਸ ਸੀ। ਜਗ ਬਲੀ ਆਦਿ ਵਿੱਚ ਅਵਿਸ਼ਵਾਸ ਜਿਹੜਾ ਕਿ ਉਸ ਸਮੇਂ ਬ੍ਰਾਹਮਣ ਧਰਮ ਦੇ, ਵੈਦਿਕ ਧਰਮ ਦੇ ਉਲਟ ਸੀ। ਵੇਦਾਂ ਅਤੇ ਸੰਸਕ੍ਰਿਤ ਅਤੇ ਪੁੱਤਰਾਂ ਵਿੱਚ ਅਵਿਸ਼ਵਾਸ, ਉਹਨਾਂ ਨੂੰ ਵੇਦਾਂ ਵਿੱਚ ਔਰ ਸੰਸਕ੍ਰਿਤ ਦੀ ਪੁੱਤਰਤਾ ਵਿੱਚ ਅਵਿਸ਼ਵਾਸ ਸੀ। ਉਹਨਾਂ ਨੂੰ ਵਿਸ਼ਵਾਸ ਨਹੀਂ ਸੀ। ਜਾਤ ਪਾਤ ਵਿੱਚ ਵੀ ਉਹ ਪਾਲਣ ਨਹੀਂ ਕਰਦੇ ਸਨ। ਕਰਮ ਸਿਧਾਂਤ ਵਿੱਚ ਵਿਸ਼ਵਾਸ ਰੱਖਦੇ ਸਨ ਕਿ ਤੁਸੀਂ ਜਿਹੋ ਜਿਹੇ ਕਰਮ ਕਰੋਗੇ ਉਹੋ ਜਿਹਾ ਤੁਹਾਡਾ ਅੱਗੇ ਹੋਵੇਗਾ। ਤਾਂ ਕੋਈ ਵੀ ਮਨੁੱਖ ਆਪਣੇ ਕਰਮਾਂ ਦੇ ਫਲ ਤੋਂ ਨਹੀਂ ਬਚ ਸਕਦਾ। ਦੇਅਰ ਇਜ਼ ਨੋ escape ਫਰੋਮ ਦਾ ਇਫੈਕਟ ਆਫ ਵਨਸ ਐਕਸ਼ਨ। ਮੁਕਤੀ ਪ੍ਰਾਪਤੀ, ਤਾਂ ਉਹਨਾਂ ਨੇ ਬੇਟੇ ਮੁਕਤੀ ਪ੍ਰਾਪਤੀ ਵਾਸਤੇ ਵੀ ਕਿਹੜਾ ਕੀ ਹੈ? ਜੈਨ ਮਤ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵਿਸ਼ਵਾਸ ਸੀ ਕਿ ਆਪਾਂ ਚੰਗੇ ਕਰਮ ਕਰਕੇ ਮੁਕਤੀ ਪ੍ਰਾਪਤ ਕਰ ਸਕਦੇ ਹਾਂ। ਸਦਾਚਾਰ ਦੇ ਜੀਵਨ 'ਤੇ ਜ਼ੋਰ ਦਿੱਤਾ। ਮਹਾਂਵੀਰ ਸਵਾਮੀ ਆਪਣੇ ਪੈਰੋਕਾਰਾਂ ਨੂੰ ਉੱਚ ਨੈਤਿਕ ਜੀਵਨ ਬਤੀਤ ਕਰਨ ਦੀ ਜਿਹੜੀ ਉਹਨਾਂ ਪ੍ਰੇਰਨਾ ਦਿੱਤੀ। ਉਹਨਾਂ ਨੇ ਆਦੇਸ਼ ਦਿੱਤਾ ਕਿ ਉਹ ਕ੍ਰੋਧ, ਲੋਭ, ਈਰਖਾ, ਚੋਰੀ, ਨਿੰਦਾ ਆਦਿ ਬੁਰੇ ਕੰਮਾਂ ਤੋਂ ਬਚਣ। ਤਾਂ ਇਹ ਸੀ ਬੇਟੇ ਜਿਹੜਾ ਕਿ ਇਹ ਜੈਨ ਮਤ ਦੀਆਂ ਸਿੱਖਿਆਵਾਂ। ਤਾਂ ਕੱਲ੍ਹ ਆਪਾਂ ਜਿਹੜਾ ਬੁੱਧ ਮਤ ਦੀਆਂ ਸਿੱਖਿਆਵਾਂ ਬਾਰੇ ਪੜ੍ਹਾਂਗੇ। ਥੈਂਕ ਯੂ ਵੈਰੀ ਮੱਚ।